ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਨ ਵਾਲੇ ਹਾਂ ਸਿੱਖਿਆ ਦੇ ਸਿਧਾਂਤਾਂ ਦੀ। ਪਰ ਸਿਰਫ ਗੱਲਾਂ ਨਹੀਂ ਕਰਨੀਆਂ, ਆਪਾਂ ਇਹਨਾਂ ਸਿਧਾਂਤਾਂ ਨੂੰ ਇੱਕ ਬਹੁਤ ਹੀ ਕੰਮ ਦੀ ਟੂਲਕਿਟ ਵਿੱਚ ਬਦਲਣਾ ਹੈ, ਖਾਸ ਕਰ ਉਹਨਾਂ ਲਈ ਜੋ ਟੀਚਰ ਨੇ ਜਾਂ ਪੀਐਸਟੀਐਟ ਤੇ ਸੀਟੀਈਟੀ ਵਰਗੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੇ। ਤਾਂ ਸਮਝੋ, ਬਿਲਕੁਲ ਸਹੀ ਥਾਂ ਤੇ ਪਹੁੰਚੇ ਹੋ। ਦੇਖੋ, ਇਹ ਕੋਈ ਕਿਤਾਬੀ ਗਿਆਨ ਨਹੀਂ, ਸਗੋਂ ਉਹ ਤਰੀਕੇ ਨੇ ਜਿਹੜੇ ਕਲਾਸਰੂਮ ਵਿੱਚ ਸੱਚਮੁੱਚ ਕੰਮ ਆਉਂਦੇ ਨੇ। ਤਾਂ ਚਲੋ ਸਿੱਧਾ ਉਸ ਸਵਾਲ ਤੇ ਆਉਂਦੇ ਹਾਂ ਜਿਸ ਨਾਲ ਸ਼ਾਇਦ ਹਰ ਟੀਚਰ ਜੂਝਦਾ ਹੈ। ਐਨੀ ਮਿਹਨਤ ਕਰਾਉਣ ਤੋਂ ਬਾਅਦ ਵੀ ਬੱਚੇ ਬਿਨਾਂ ਸਮਝੇ ਸਿਰਫ ਰੱਟਾ ਕਿਉਂ ਲਾ ਲੈਂਦੇ ਨੇ? ਹੈ ਨਾ ਵੱਡਾ ਸਵਾਲ। ਖੈਰ, ਅਗਲੇ ਕੁਝ ਮਿੰਟਾਂ ਵਿੱਚ ਆਪਾਂ ਇਸੇ ਸਵਾਲ ਦੀ ਜੜ ਤੱਕ ਜਾਣਾ ਹੈ ਤੇ ਇਸ ਦਾ ਹੱਲ ਲੱਭਣਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਸੈੱਟ ਹੈ ਬੁਨਿਆਦੀ ਸਿਧਾਂਤ। ਇਹਨਾਂ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਕਿਸੇ ਇਮਾਰਤ ਦੀ ਨੀਂਹ ਹੁੰਦੀ ਹੈ। ਜੇ ਨੀਂਹ ਪੱਕੀ ਹੋਵੇ ਤਾਂ ਇਹ ਤਾਂ ਸਿੱਖਣ ਦੀ ਪੂਰੀ ਇਮਾਰਤ ਮਜ਼ਬੂਤੀ ਨਾਲ ਖੜੀ ਰਹਿੰਦੀ ਹੈ। ਬਿਲਕੁਲ ਸਿੱਧੀ ਜੀ ਗੱਲ ਹੈ। ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਸਿਧਾਂਤ, ਜਾਣੇ ਤੋਂ ਅਣਜਾਣੇ ਵੱਲ। ਇਸ ਦਾ ਮਤਲਬ ਬਹੁਤ ਸਿੱਧਾ ਹੈ। ਹਮੇਸ਼ਾ ਉੱਥੋਂ ਸ਼ੁਰੂ ਕਰੋ ਜੋ ਬੱਚੇ ਪਹਿਲਾਂ ਤੋਂ ਜਾਣਦੇ ਨੇ। ਪਤਾ ਕਿਉਂ? ਕਿਉਂਕਿ ਸਾਡਾ ਦਿਮਾਗ ਹਮੇਸ਼ਾ ਪੁਰਾਣੇ ਗਿਆਨ ਨਾਲ ਨਵਾਂ ਗਿਆਨ ਜੋੜ ਕੇ ਹੀ ਸਿੱਖਦਾ ਹੈ। ਇਹ ਨਵੇਂ ਤੇ ਪੁਰਾਣੇ ਵਿਚਕਾਰ ਇੱਕ ਪੁਲ ਬਣਾਉਣ ਵਾਂਗ ਹੈ, ਰੱਟਾ ਲਵਾਉਣ ਵਾਂਗ ਨਹੀਂ। ਇਸ ਦੀ ਇੱਕ ਬਹੁਤ ਵਧੀਆ ਮਿਸਾਲ ਦੇਖਦੇ ਹਾਂ। ਮੰਨ ਲਓ ਡੈਮੋਕ੍ਰੇਸੀ ਯਾਨੀ ਲੋਕਤੰਤਰ ਬਾਰੇ ਪੜ੍ਹਾਉਣਾ ਹੈ, ਤਾਂ ਸਿੱਧਾ ਕਿਤਾਬੀ ਪਰਿਭਾਸ਼ਾ ਨਾਲ ਸ਼ੁਰੂ ਨਾ ਕਰੋ। ਉਸ ਦੀ ਥਾਂ ਤੇ ਬੱਚਿਆਂ ਨੂੰ ਪੁੱਛੋ ਕਿ ਉਹ ਘਰ ਜਾਂ ਸਕੂਲ ਵਿੱਚ ਕਿਹੜੇ ਨਿਯਮਾਂ ਦੀ ਪਾਲਣਾ ਕਰਦੇ ਹਨ। ਬਸ ਹੋ ਗਿਆ ਕੰਮ। ਇਹ ਉਹਨਾਂ ਦੇ ਜਾਣੇ ਹੋਏ ਨੂੰ ਅਣਜਾਣੇ ਨਾਲ ਜੋੜ ਦਿੰਦਾ ਹੈ ਤੇ ਰੱਟੇ ਦੀ ਗੁੰਜਾਇਸ਼ ਹੀ ਨਹੀਂ ਛੱਡਦਾ। ਠੀਕ ਹੈ। ਆਪਣਾ ਦੂਜਾ ਬੁਨਿਆਦੀ ਸਿਧਾਂਤ ਹੈ ਸਰਲ ਤੋਂ ਗੁੰਝਲਦਾਰ ਵੱਲ। ਇਸ ਨੂੰ ਸਮਝੋ ਜਿਵੇਂ ਸਿੱਖਣ ਲਈ ਇੱਕ ਪੌੜੀ ਬਣਾਣੀ ਹੋਵੇ। ਕੋਈ ਵੀ ਸਿੱਧ 10ਵੀਂ ਪੌੜੀ ਤੇ ਛਾਲ ਨਹੀਂ ਮਾਰ ਸਕਦਾ ਹੈ ਨਾ। ਹਮੇਸ਼ਾ ਬੁਨਿਆਦੀ ਚੀਜ਼ਾਂ ਤੋਂ ਸ਼ੁਰੂ ਕਰੋ ਤੇ ਫਿਰ ਹੌਲੀ-ਹੌਲੀ ਇੱਕ-ਇੱਕ ਕਦਮ ਕਰਕੇ ਅੱਗੇ ਵਧੋ। ਮੈਥਸ ਦੀ ਉਦਾਹਰਣ ਨਾਲ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਦੇਖੋ, ਪਹਿਲਾਂ ਇੰਟੀਜਰਸ, ਫਿਰ ਫ੍ਰੈਕਸ਼ਨਸ ਤੇ ਉਸ ਤੋਂ ਬਾਅਦ ਐਲਜੈਬਰਾ। ਇਹ ਇੱਕ ਸਹੀ ਤਰਤੀਬ ਹੈ। ਜੇ ਸਿੱਧਾ ਐਲਜੈਬਰਾ ਤੇ ਛਲ ਮਾਰ ਦਿੱਤੀ ਤਾਂ ਇਹ ਸਿਰਫ ਬੱਚਿਆਂ ਵਿੱਚ ਨਿਰਾਸ਼ਾ ਤੇ ਡਰ ਹੀ ਪੈਦਾ ਕਰੇਗੀ। ਇਸ ਨੂੰ ਕਹਿੰਦੇ ਨੇ ਲੇਜ਼ੀ ਟੀਚਿੰਗ, ਜੋ ਬਿਲਕੁਲ ਨਹੀਂ ਕਰਨੀ ਚਾਹੀਦੀ। ਤੇ ਤੀਜਾ ਤੇ ਆਖਰੀ ਬੁਨਿਆਦੀ ਸਿਧਾਂਤ ਹੈ ਠੋਸ ਤੋਂ ਸੰਖੇਪ ਵੱਲ। ਖਾਸ ਕਰਕੇ ਛੋਟੇ ਬੱਚਿਆਂ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਹੈ। ਉਹਨਾਂ ਦਾ ਦਿਮਾਗ ਠੋਸ ਚੀਜ਼ਾਂ ਰਾਹੀਂ ਸਿੱਖਦਾ ਹੈ, ਜਿਨ੍ਹਾਂ ਨੂੰ ਉਹ ਦੇਖ ਸਕਦੇ ਨੇ, ਛੂ ਸਕਦੇ ਨੇ। ਸਿਧਾਂਤ, ਫਾਰਮੂਲੇ ਤੇ ਔਖੇ ਸ਼ਬਦ ਇਹ ਸਭ ਬਾਅਦ ਵਿੱਚ ਆਉਂਦੇ ਨੇ। ਜਿਵੇਂ ਫੋਟੋਸਿੰਥੇਸਿਸ ਵਰਗਾ ਔਖਾ ਸ਼ਬਦ ਸਿਖਾਉਣਾ ਹੈ, ਤਾਂ ਸਿੱਧਾ ਸ਼ਬਦ ਤੇ ਜਾਣ ਦੀ ਬਜਾਏ ਪਹਿਲਾਂ ਬੱਚਿਆਂ ਨੂੰ ਇੱਕ ਅਸਲੀ ਪੌਦਾ ਦਿਖਾਓ। ਉਹਨਾਂ ਨੂੰ ਛੂਹਣ ਦਿਓ, ਮਹਿਸੂਸ ਕਰਨ ਦਿਓ। ਇਸ ਤਰ੍ਹਾਂ ਕਰਨ ਨਾਲ ਔਖੀਆਂ ਧਾਰਨਾਵਾਂ ਵੀ ਅਸਲੀਅਤ ਨਾਲ ਜੁੜ ਜਾਂਦੀਆਂ ਨੇ ਤੇ ਉਲਝਣ ਪੈਦਾ ਹੀ ਨਹੀਂ ਹੁੰਦੀ। ਤਾਂ ਲਓ ਜੀ, ਆਪਣੀ ਨੀਂਹ ਤਾਂ ਹੋ ਗਈ ਮਜ਼ਬੂਤ। ਹੁਣ ਵੇਖਦੇ ਹਾਂ ਅਗਲਾ ਸੈੱਟ, ਸੰਰਚਨਾਤਮਕ ਸਿਧਾਂਤ। ਇਹ ਸਿਧਾਂਤ ਇਸ ਬਾਰੇ ਨੇ ਕਿ ਗਿਆਨ ਨੂੰ ਇਸ ਤਰ੍ਹਾਂ ਕਿਵੇਂ ਤਰਤੀਬ ਦਿੱਤੀ ਜਾਵੇ ਕਿ ਦਿਮਾਗ ਉਸ ਨੂੰ ਆਸਾਨੀ ਨਾਲ ਸਮਝ ਸਕੇ ਤੇ ਲੰਬੇ ਸਮੇਂ ਤੱਕ ਯਾਦ ਰੱਖ ਸਕੇ। ਇਸ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਵਿਸ਼ੇਸ਼ ਤੋਂ ਆਮ ਵੱਲ। ਮਤਲਬ ਪਹਿਲਾਂ ਕਈ ਖਾਸ ਉਦਾਹਰਣਾਂ ਦਿਓ ਤੇ ਫਿਰ ਬੱਚਿਆਂ ਨੂੰ ਖੁਦ ਆਮ ਨਿਯਮ ਜਾਂ ਪਰਿਭਾਸ਼ਾ ਲੱਭਣ ਲਈ ਪ੍ਰੇਰਿਤ ਕਰੋ। ਇਹ ਇੱਕ ਤਰ੍ਹਾਂ ਨਾਲ ਜਾਸੂਸੀ ਕਰਨ ਵਰਗਾ ਹੈ। ਬੱਚੇ ਖੁਦ ਖੋਜ ਕਰਦੇ ਨੇ, ਜਿਸ ਨਾਲ ਸਿੱਖਣਾ ਬਹੁਤ ਰੋਮਾਂਚਕ ਬਣ ਜਾਂਦਾ ਹੈ। ਗ੍ਰਾਮਰ ਦੀ ਉਦਾਹਰਣ ਲੈ ਲਓ। ਪਹਿਲਾਂ ਨਾਮ ਦੀ ਪਰਿਭਾਸ਼ਾ ਰਟਾਉਣ ਦੀ ਬਜਾਏ ਉਹਨਾਂ ਨੂੰ ਰਾਮ, ਕੁਰਸੀ, ਦਿੱਲੀ, ਖੁਸ਼ੀ ਇਹੋ ਜਿਹੀਆਂ ਕਈ ਉਦਾਹਰਣਾਂ ਦਿਖਾਓ। ਇਸ ਤਰ੍ਹਾਂ ਨਿਯਮ ਸਿੱਖਣਾ ਇੱਕ ਬੁਝਾਰਤ ਨੂੰ ਸੁਲਝਾਉਣ ਵਰਗਾ ਲੱਗਦਾ ਹੈ, ਨਾ ਕਿ ਕਿਸੇ ਬੋਰਿੰਗ ਤੱਥ ਨੂੰ ਯਾਦ ਕਰਨ ਵਰਗਾ। ਅੱਗੇ ਵਧਦੇ ਹਾਂ ਸੰਪੂਰਨ ਤੋਂ ਹਿੱਸੇ ਵੱਲ। ਦੇਖੋ, ਛੋਟੇ-ਛੋਟੇ ਹਿੱਸਿਆਂ ਨੂੰ ਸਮਝਣ ਲਈ ਪੂਰੀ ਤਸਵੀਰ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਹ ਦਿਮਾਗ ਲਈ ਇੱਕ GPS ਵਾਂਗ ਕੰਮ ਕਰਦਾ ਹੈ। ਇਸ ਲਈ ਹਮੇਸ਼ਾ ਪਹਿਲਾਂ ਪੂਰੀ ਕਹਾਣੀ ਦੱਸੋ ਤੇ ਫਿਰ ਉਸਦੇ ਹਿੱਸਿਆਂ ਤੇ ਗੱਲ ਕਰੋ। ਇਹ ਕਹਾਣੀ ਵਾਲੀ ਮਿਸਾਲ ਤਾਂ ਬਿਲਕੁਲ ਸਹੀ ਬੈਠਦੀ ਹੈ। ਪਹਿਲਾਂ ਪੂਰੀ ਕਹਾਣੀ ਦੱਸਣ ਤੋਂ ਬਾਅਦ ਜਦੋਂ ਪਾਤਰਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਬੱਚਿਆਂ ਦੇ ਦਿਮਾਗ ਵਿੱਚ ਇੱਕ ਨਕਸ਼ਾ ਬਣ ਜਾਂਦਾ ਹੈ। ਫਿਰ ਉਹਨਾਂ ਲਈ ਇਹ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ ਕਿ ਕਿਹੜਾ ਪਾਤਰ ਕੀ ਅਤੇ ਕਿਉਂ ਕਰ ਰਿਹਾ ਹੈ। ਅੱਛਾ, ਹੁਣ ਇੱਕ ਬਹੁਤ ਹੀ ਦਿਲਚਸਪ ਸਿਧਾਂਤ ਆਉਂਦਾ ਹੈ, ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ। ਇਸ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਸਮਝਣ ਲਈ ਪਹਿਲਾਂ ਉਸ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜੋ। ਇਹ ਹੈ ਵਿਸ਼ਲੇਸ਼ਣ। ਤੇ ਫਿਰ ਉਹਨਾਂ ਹਿੱਸਿਆਂ ਨੂੰ ਦੁਬਾਰਾ ਜੋੜ ਕੇ ਪੂਰੀ ਚੀਜ਼ ਨੂੰ ਸਮਝੋ। ਇਹ ਹੈ ਸੰਸਲੇਸ਼ਣ। ਇਸ ਨੂੰ ਸਮਝਣ ਲਈ ਮੰਨ ਲਓ ਵਾਕ ਦੀ ਬਣਤਰ ਸਿਖਾਉਣੀ ਹੈ। ਪਹਿਲਾਂ ਵਾਕ ਨੂੰ ਕਰਤਾ, ਕਿਰਿਆ ਅਤੇ ਕਰਮ ਵਿੱਚ ਤੋੜ ਕੇ ਦਿਖਾਓ। ਫਿਰ ਸਮਝਾਓ ਕਿ ਇਹ ਤਿੰਨੋਂ ਮਿਲ ਕੇ ਕਿਵੇਂ ਇੱਕ ਅਰਥਪੂਰਨ ਵਾਕ ਬਣਾਉਂਦੇ ਹਨ।
ਇਹ ਦੋ ਪੜਾਵੀ ਤਰੀਕਾ ਸਮਝ ਨੂੰ ਬਹੁਤ ਪੱਕਾ ਕਰ ਦਿੰਦਾ ਹੈ। ਲੋ ਜੀ, ਹੁਣ ਆਪਾਂ ਪਹੁੰਚ ਗਏ ਹਾਂ ਸਭ ਤੋਂ ਅਹਿਮ ਹਿੱਸੇ ਤੇ, ਸਾਡੇ ਆਖਰੀ ਸੈੱਟ ਵੱਲ। ਇਹ ਸਿਧਾਂਤ ਸਿੱਧੇ ਬੱਚੇ ਦੇ ਮਨ ਨਾਲ, ਉਸਦੀ ਮਨੋਵਿਗਿਆਨ ਨਾਲ ਜੁੜੇ ਹੋਏ ਨੇ। ਜੇ ਇਹ ਸਹੀ ਤਰ੍ਹਾਂ ਵਰਤੇ ਜਾਣ ਤਾਂ ਸਹੀ ਮਾਣਿਆਂ ਵਿੱਚ ਸਿੱਖਿਆ ਹੁੰਦੀ ਹੈ। ਇਹ ਸਿਧਾਂਤਾ ਸਮਝੋ ਸਭ ਤੋਂ ਜ਼ਰੂਰੀ ਹੈ, ਮਨੋਵਿਗਿਆਨਿਕ ਤੋਂ ਤਰਕਪੂਰਨ ਵੱਲ। ਇਸ ਦਾ ਮਤਲਬ ਹੈ ਕਿ ਸਿਰਫ ਕਿਤਾਬ ਦੇ ਚੈਪਟਰਾਂ ਦੀ ਤਰਤੀਬ ਨਾਲ ਨਾ ਚੱਲੋ, ਸਗੋਂ ਬੱਚੇ ਦੀ ਦਿਲਚਸਪੀ, ਉਸਦੀ ਉਤਸੁਕਤਾ ਤੇ ਉਸਦੀ ਤਿਆਰੀ ਦੇ ਹਿਸਾਬ ਨਾਲ ਪੜ੍ਹਾਓ। ਯਾਦ ਰੱਖੋ, ਪਹਿਲਾ ਦਿਲ ਜਿੱਤਣਾ ਹੈ, ਫਿਰ ਦਿਮਾਗ। ਇੱਥੇ ਫਰਕ ਸਾਫ਼ ਦਿਸਦਾ ਹੈ। ਇੱਕ ਪਾਸੇ ਤਰਕਪੂਰਨ ਤਰੀਕਾ ਹੈ ਜੋ ਸਖਤੀ ਨਾਲ ਕਿਤਾਬ ਦੇ ਪਿੱਛੇ ਚੱਲਦਾ ਹੈ। ਦੂਜੇ ਪਾਸੇ ਮਨੋਵਿਗਿਆਨਿਕ ਤਰੀਕਾ ਹੈ ਜੋ ਬੱਚੇ ਦੀ ਕੁਦਰਤੀ ਉਤਸੁਕਤਾ ਦੇ ਪਿੱਛੇ ਚੱਲਦਾ ਹੈ। ਜੇ ਆਪਾਂ ਮਨੋਵਿਗਿਆਨਿਕ ਪਹਿਲੂ ਨੂੰ ਅਣਗੌਲਿਆ ਕਰਾਂਗੇ ਤਾਂ ਕਲਾਸ ਵਿੱਚ ਬੱਚਿਆਂ ਦਾ ਧਿਆਨ ਤੇ ਰੁਝੇਵਾਂ ਦੋਵੇਂ ਖਤਮ ਹੋ ਜਾਣਗੇ। ਅਗਲਾ ਸਿਧਾਂਤ ਵੀ ਬੱਚੇ ਦੇ ਮਨ ਨਾਲ ਹੀ ਜੁੜਿਆ ਹੈ, ਅਨਿਸ਼ਚਿਤ ਤੋਂ ਨਿਸ਼ਚਿਤ ਵੱਲ। ਅਕਸਰ ਬੱਚੇ ਦੇ ਦਿਮਾਗ ਵਿੱਚ ਕਿਸੇ ਚੀਜ਼ ਬਾਰੇ ਧੁੰਦਲੇ ਜਿਹੇ ਵਿਚਾਰ ਹੁੰਦੇ ਨੇ। ਇੱਥੇ ਇੱਕ ਚੰਗੇ ਅਧਿਆਪਕ ਦਾ ਕੰਮ ਉਹਨਾਂ ਧੁੰਦਲੇ ਵਿਚਾਰਾਂ ਨੂੰ ਸਪਸ਼ਟ ਅਤੇ ਪੱਕੇ ਗਿਆਨ ਵਿੱਚ ਬਦਲਣਾ ਹੈ। ਇਹ ਮਿਸਾਲ ਦੇਖੋ ਕਿੰਨੀ ਕਮਾਲ ਦੀ ਹੈ। ਜੇ ਕੋਈ ਬੱਚਾ ਕਹਿੰਦਾ ਹੈ ਵੱਡਾ ਜਾਨਵਰ, ਤਾਂ ਉਸਦੇ ਜਵਾਬ ਨੂੰ ਉੱਥੇ ਹੀ ਨਾ ਛੱਡੋ, ਉਸਨੂੰ ਸਹੀ ਦਿਸ਼ਾ ਦਿਖਾਓ। ਹਾਂ, ਜਿਵੇਂ ਹਾਥੀ, ਜੋ ਧਰਤੀ ਦਾ ਸਭ ਤੋਂ ਵੱਡਾ ਜਾਨਵਰ ਹੈ। ਇਹ ਸਿਰਫ ਗਿਆਨ ਨੂੰ ਸਵੀਕਾਰ ਕਰਨਾ ਨਹੀਂ, ਸਗੋਂ ਉਸਨੂੰ ਹੋਰ ਨਿਖਾੜਨਾ ਤੇ ਡੂੰਘਾ ਕਰਨਾ ਹੈ। ਤੇ ਸਾਡਾ ਆਖਰੀ ਪਰ ਬਹੁਤ ਹੀ ਸ਼ਕਤੀਸ਼ਾਲੀ ਸਿਧਾਂਤ ਹੈ, ਅਨੁਭਵ ਤੋਂ ਤਰਕ ਵੱਲ। ਇਸ ਨੂੰ ਸਿੱਧੇ ਸ਼ਬਦਾਂ ਵਿੱਚ ਕਹੋ, ਪਹਿਲਾਂ ਕਰਕੇ ਦੇਖੋ, ਸਿਧਾਂਤ ਬਾਅਦ ਵਿੱਚ। ਬੱਚਿਆਂ ਨੂੰ ਪਹਿਲਾਂ ਖੁਦ ਕੁਝ ਕਰਨ ਦਾ ਮੌਕਾ ਦਿਓ, ਅਨੁਭਵ ਕਰਨ ਦਿਓ। ਜਦੋਂ ਖੁਦ ਕੁਝ ਕਰਦੇ ਨੇ ਤਾਂ ਉਹਨਾਂ ਦੇ ਦਿਮਾਗ ਵਿੱਚ ਕਿਉਂ ਅਤੇ ਕਿਵੇਂ ਦੇ ਸਵਾਲ ਪੈਦਾ ਹੁੰਦੇ ਨੇ। ਸਾਇੰਸ ਵਿੱਚ ਤਾਂ ਇਹ ਤਰੀਕਾ ਕਮਾਲ ਕਰ ਦਿੰਦਾ ਹੈ। ਪਹਿਲਾਂ ਇੱਕ ਮਜ਼ੇਦਾਰ ਪ੍ਰਯੋਗ ਕਰਨਾ ਤੇ ਫਿਰ ਉਸਦੇ ਪਿੱਛੇ ਦੇ ਸਿਧਾਂਤ ਦੀ ਵਿਆਖਿਆ ਕਰਨਾ। ਇਹ ਵਿਗਿਆਨ ਨੂੰ ਇੱਕ ਖੋਜ ਬਣਾ ਦਿੰਦਾ ਹੈ, ਨਾ ਕਿ ਇੱਕ ਬੋਰਿੰਗ ਲੈਕਚਰ। ਇਸ ਤਰ੍ਹਾਂ ਸਿੱਖਿਆ ਹੋਇਆ ਗਿਆਨ ਹਮੇਸ਼ਾ ਯਾਦ ਰਹਿੰਦਾ ਹੈ। ਤਾਂ ਲੋ ਜੀ, ਇਹ ਹੈ ਤੁਹਾਡੀ ਸੰਪੂਰਨ ਟੂਲਕਿਟ। ਜਾਣੇ ਤੋਂ ਅਣਜਾਣੇ, ਸਰਲ ਤੋਂ ਗੁੰਝਲਦਾਰ, ਠੋਸ ਤੋਂ ਸੰਖੇਪ, ਵਿਸ਼ੇਸ਼ ਤੋਂ ਆਮ, ਸੰਪੂਰਨ ਤੋਂ ਹਿੱਸੇ, ਵਿਸ਼ਲੇਸ਼ਣ ਤੋਂ ਸੰਸਲੇਸ਼ਣ, ਮਨੋਵਿਗਿਆਨਿਕ ਤੋਂ ਤਰਕਪੂਰਨ, ਅਨਿਸ਼ਚਿਤ ਤੋਂ ਨਿਸ਼ਚਿਤ ਅਤੇ ਅਖੀਰ ਵਿੱਚ ਅਨੁਭਵ ਤੋਂ ਤਰਕ ਵੱਲ। ਇਹ 9 ਸਿਧਾਂਤ ਮਿਲ ਕੇ ਕਿਸੇ ਵੀ ਟੀਚਰ ਲਈ ਇੱਕ ਜ਼ਬਰਦਸਤ ਸ਼ਕਤੀ ਬਣ ਜਾਂਦੇ ਨੇ। ਇਸ ਸੈਸ਼ਨ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਸਵਾਲ ਤੇ ਵਿਚਾਰ ਕਰਨਾ ਬਣਦਾ ਹੈ। ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਇਹਨਾਂ ਵਿੱਚੋਂ ਕਿਹੜਾ ਸਿਧਾਂਤ ਹੈ ਜਿਸ ਦੀ ਸਭ ਤੋਂ ਵੱਧ ਕਮੀ ਮਹਿਸੂਸ ਹੁੰਦੀ ਹੈ? ਇਸ ਬਾਰੇ ਸੋਚੋ, ਕਿਉਂਕਿ ਇਸ ਦਾ ਜਵਾਬ ਹੀ ਸਾਨੂੰ ਸਾਰਿਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।